सतनाम वाहिगुरु साहिब जी। सुर नार मुन जन अमृत खोज दे, सो अमृत गुर ते पाया। सुर नार मुन जन अमृत खोज दे, सो अमृत गुर ते पाया। पाया अमृत गुर कृपा कीनी, सच्चा मन वसाया। जी जंत सब तुद उपाय, एक बेक परसण आया। लब लोभ हंकार चूका, सत गुरु भला पाया। कह नानक जिसनू आप तुठा, तिन अमृत गुर ते पाया। कह नानक जिसनू आप तुठा, तिन अमृत गुर ते पाया। वाहिगुरु जी का खालसा, वाहिगुरु जी की फतेह। धन सतगुरु साहिब श्री गुरु ग्रंथ साहिब जी महाराज, जिन्हां दे पावन पवित्र मुबारक गुरु शब्दी चरनां विच सुभाईमान होए बैठे गुरमुख प्यारे सत संगी जनों, आप जी अति वडभागे हो जो कि नित कर्म अनुसार सतगुरां दे पावन दरबार दीयां हाज़रियां भर के सतगुरु जी वल्लों बख्शिया होया अमोलक मनुखा जन्म सफल करन दा सफल यतन कर रहे हो। सतगुरु गुरु अमरदास महाराज साडे ते कृपा करके अज नाम अमृत दी सोझी बख्शिश कर रहे हैं। वैसे आप गाणी दे विच अमृत शब्द जिहड़ा है पढ़ते सुनते हो, पर अमृत शब्द जिहड़ा गुरबाणी दे विच नाम वास्ते भी आया है, बाणी वास्ते भी है, भोजन वास्ते भी है, शुभ गुणा वास्ते भी है। जिथे नाम अमृत की गल की उत्थे साहब जी कहते अमृत नाम परमेश्वर तेरा, जो सिमरै सो जीवै। जिथे बाणी वास्ते अमृत शब्द आया, अमृत बाणी हर हर तेरी, सुन सुन होवै परम गत मेरी। जिथे भोजन वास्ते अमृत शब्द आया, उत्थे साहब जी कहते जह प्रसाद छत्ती अमृत खाए, तिस ठाकुर को रख मन माए। जिथे शुभ गुणा वास्ते अमृत शब्द आया, उत्थे साहब जी कहते हैं इस देही अंदर पंच चोर वसै, काम क्रोध लोभ मोह हंकारा अमृत लूटै। वो साडे शुभ गुण लुट रहे हैं। अमृत लूटे मन मुख नहीं बूझे, कोई ना सुने पुकार। पर समझण दी जिस वेले सतगुरु महाराज की बाणी साडे जीवन का आधार है और सतगुरु जी समझा रहे हैं, असी अमृत दे अर्थ ये भी पढ़ते सुनते हाँ कि जिहड़ा मनुख अमृत प्राप्त कर लैंदा उहदी मृत्यु नहीं होती, मरदा नहीं है।
ਇਹ ਖਿਆਲ ਕਦੋਂ ਸੀ? ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਸੰਸਾਰ ਦੇ ਵਿੱਚ, ਵੀ ਇੱਦਾਂ ਦਾ ਕੋਈ ਅੰਮ੍ਰਿਤ ਮਿਲ ਜਾਏ ਜਿਹਨੂੰ ਪੀ ਕੇ ਅਸੀਂ ਸਰੀਰ ਦੀ ਉਮਰ ਲੰਬੀ ਕਰ ਲਈਏ, ਅਸੀਂ ਕਦੀ ਮਰੀਏ ਹੀ ਨਾ। ਗੁਰੂ ਸਾਹਿਬ ਕਹਿੰਦੇ ਨਹੀਂ ਭਾਈ, ਦੋ ਚੀਜ਼ਾਂ ਹੁੰਦੀਆਂ, ਸਰੀਰ ਤੇ ਜ਼ਮੀਰ। ਜ਼ਮੀਰ ਕਹਿੰਦੇ ਹਨ ਇਨਸਾਨ ਜਿਹੜਾ ਸਰੀਰ ਕਰਕੇ, ਹੁਣ ਗੁਰੂ ਸਾਹਿਬ ਸਰੀਰ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਤਿਆਗਿਆ ਹੈ। ਇਹ ਤਾਂ ਸੰਸਾਰ ਦੀ ਇੱਕ ਪਰੰਪਰਾ ਹੈ, ਜੋ ਪ੍ਰਮਾਤਮਾ ਦਾ ਹੁਕਮ ਹੈ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਏ। ਪਰ ਜਿਹੜੀ ਜ਼ਮੀਰ ਹੈ, ਇਨਸਾਨੀਅਤ ਜਿਹੜੀ ਹੈ ਮਨੁੱਖ ਦੇ ਅੰਦਰ, ਉਹ ਕਦੇ ਵੀ ਖਤਮ ਨਹੀਂ ਹੁੰਦੀ। ਉਹ ਸਰੀਰ ਕਰਕੇ ਇਸ ਦੁਨੀਆ ਤੋਂ ਚਲੇ ਜਾਏ, ਪਰ ਉਹਦੀ ਇਨਸਾਨੀਅਤ ਜਾਂ ਉਹਦੇ ਸ਼ੁਭ ਗੁਣ ਜਿਹੜੇ ਆ ਸੰਸਾਰ ਦੇ ਵਿੱਚ, ਉਹਨਾਂ ਨੂੰ ਚਰਚਾ ਦੇ ਰੂਪ ਦੇ ਵਿੱਚ, ਵਿਚਾਰ ਦੇ ਰੂਪ ਦੇ ਵਿੱਚ ਲਿਆ ਜਾਂਦਾ, ਜਿੱਥੋਂ ਸੇਧ ਮਿਲਦੀ ਹੈ। ਕਿਉਂਕਿ ਸਤਿਗੁਰੂ, ਜੇ ਆਪਾਂ ਸੋਚੀਏ ਵੀ ਅੰਮ੍ਰਿਤ ਪੀ ਲਿਆ, ਇਹ ਇਸ ਅੰਮ੍ਰਿਤ ਜੋ ਅਸੀਂ ਖੰਡੇ ਦੀ ਪੌਲ ਛਕਦੇ ਹਾਂ, ਇਹਨੂੰ ਉਸ ਅੰਮ੍ਰਿਤ ਦੇ ਨਾਲ ਨਹੀਂ, ਜਿਹੜੀ ਗੱਲ ਗੁਰੂ ਸਾਹਿਬ ਅੱਜ ਅੰਮ੍ਰਿਤ ਦੀ, ਨਾਮ ਅੰਮ੍ਰਿਤ ਦੀ ਗੱਲ ਕਰ ਰਹੇ ਆ। ਹਾਂ, ਇਹ ਜ਼ਰੂਰੀ ਹੈ ਕਿ ਜੇ ਅੰਦਰਲੇ ਅੰਮ੍ਰਿਤ ਦੀ ਸਮਝ ਲੈਣੀ ਹੈ, ਪਰ ਖੰਡੇ ਦੀ ਪੌਲ ਲੈਣੀ ਬਹੁਤ ਜ਼ਰੂਰੀ ਹੈ। ਇਸ ਪਹਿਲੀ ਰਹਿਤ ਹੈ, ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪੌਲ ਛਕੇ। ਇੱਥੇ ਗੁਰੂ ਸਾਹਿਬ ਜੀ ਅਧਿਆਤਮਕ ਤੌਰ ਤੇ ਆਤਮਿਕ ਜੀਵਨ ਦੇਣ ਵਾਲੇ ਅੰਮ੍ਰਿਤ ਦੀ ਗੱਲ ਕਰ ਰਹੇ। ਜੇ ਅਸੀਂ ਸੋਚੀਏ ਕਿ ਅੰਮ੍ਰਿਤ ਜਿਹੜਾ ਗੁਰੂ ਸਾਹਿਬ ਨੇ ਦਿੱਤਾ, ਉਹਦੇ ਨਾਲ ਸਰੀਰ ਨਹੀਂ ਜਾਏਗਾ, ਸਰੀਰ ਤਾਂ ਗੁਰੂ ਸਾਹਿਬ ਨੇ ਵੀ ਤਿਆਗਿਆ। ਜਿਸ ਵੇਲੇ ਖੰਡੇ ਦੀ ਪੌਲ ਸਤਿਗੁਰੂ ਨੇ ਸਭ ਤੋਂ ਪਹਿਲਾਂ 5 ਪਿਆਰਿਆਂ ਨੂੰ ਦਿੱਤੀ, ਸਰੀਰ ਤਾਂ ਉਹਨਾਂ ਨੇ ਵੀ ਤਿਆਗਿਆ ਹੈ, ਪਰ 5 ਪਿਆਰੇ ਅੱਜ ਵੀ ਸਾਡੇ ਵਿੱਚ ਸ਼ਾਮਲ ਹਨ। ਕਿਉਂਕਿ ਆਤਮਿਕ ਤੌਰ, ਆਤਮਿਕ ਜੀਵਨ ਦੇਣ ਵਾਲਾ ਤੇ ਆਤਮਿਕ ਤੌਰ ਤੇ ਹਮੇਸ਼ਾ ਜੀ ਦੇ ਅੰਮ੍ਰਿਤ ਪੀਵੇ। ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾਂ ਕੇ ਮਨ ਪ੍ਰਗਟੇ ਗੁਣਤਾ। ਉਹ ਕਦੇ ਵੀ ਨਹੀਂ ਮਰਦਾ। ਜਿਹੜਾ ਅੰਮ੍ਰਿਤ ਸਤਿਗੁਰੂ ਨੇ ਸਾਨੂੰ ਜੀਵਨ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਕਹਿੰਦੇ ਭਾਈ ਤੈਨੂੰ ਅੰਦਰੋਂ ਨਹੀਂ ਮਰਨ ਦੇਗਾ, ਜਿਹੜਾ ਮੈਂ ਤੈਨੂੰ ਅੰਮ੍ਰਿਤ ਦੇ ਰਿਹਾ, ਉਹ ਤੈਨੂੰ ਅੰਦਰੋਂ ਨਹੀਂ ਖਤਮ ਹੋਣ ਦੇਗਾ। ਹੁਣ ਇੱਥੇ ਸਮਝਣ ਵਾਲੀਆਂ ਚੀਜ਼ਾਂ 3 ਹਨ, 3 ਨੁਕਤੇ ਹਨ। ਅੰਮ੍ਰਿਤ ਕੀ ਹੈ, ਮਿਲਦਾ ਕਿੱਥੋਂ ਹੈ, ਤੀਸਰਾ ਹੈ ਕਿਵੇਂ ਮਿਲਦਾ ਹੈ। ਅੰਮ੍ਰਿਤ ਕੀ ਹੈ, ਕਿੱਥੋਂ ਮਿਲਦਾ ਤੇ ਕਿਵੇਂ ਮਿਲਦਾ ਹੈ। ਇਹ ਹੁਣ ਸਾਡੇ ਜੀਵਨ ਦੇ 3 ਸਵਾਲ ਹੋਣੇ ਜ਼ਰੂਰੀ ਹੈ, ਕਿ ਉਹਦੇ ਸਵਾਲ ਦੇ ਜਵਾਬ ਗੁਰਬਾਣੀ ਦੇ ਵਿੱਚ ਸਤਿਗੁਰੂ ਨੇ ਸਾਨੂੰ ਬਖਸ਼ੇ ਆ। ਪਹਿਲਾ ਗੱਲ ਕੀ ਅੰਮ੍ਰਿਤ ਕੀ ਹੈ, ਇਹ ਬਾਣੀ ਕਹਿ ਰਹੀ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਕਿ ਅੰਮ੍ਰਿਤ ਤੇਰੇ ਅੰਦਰ ਹੈ ਔਰ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਹੈ। ਇਹ ਵੀ ਸਤਿਗੁਰੂ ਬਾਣੀ ਕਹਿ ਰਹੀ ਹੈ। ਤੁਸੀਂ ਸੁਣੀ ਹੋਣੀ ਕਹਾਣੀ, ਸਿਕੰਦਰ ਨੂੰ ਕਿਸੇ ਨੇ ਆਖਿਆ ਕਿ ਫਲਾਣੇ ਕੁੰਡ ਦੇ ਵਿੱਚ ਜਾ ਕੇ ਉਥੋਂ ਤੂੰ ਅੰਮ੍ਰਿਤ ਦੇ ਘੁੱਟ ਪੀ ਲਾ ਤੇ ਤੂੰ ਮਰੇਂਗਾ ਹੀ ਨਹੀਂ। ਉਹਨੇ ਭਾਲ ਕੀਤੀ, ਉੱਥੇ ਕਹਿੰਦੇ ਪਹੁੰਚ ਗਿਆ। ਜਦੋਂ ਉਹਨੇ ਬੁੱਕ ਭਰ ਕੇ ਪੀਣ ਲੱਗਾ ਤੇ ਇੱਲ ਆ ਗਈ, ਉਹਨੇ ਆ ਕੇ ਆਪਣਾ ਪੈਰ ਪੰਜਾ ਮਾਰਿਆ ਤੇ ਉਹ ਅੰਮ੍ਰਿਤ ਡੁੱਲ ਗਿਆ। ਉਹਨੇ ਆਖਿਆ ਕਿ ਮੈਂ ਇੱਕ ਘੁੱਟ ਪੀਤਾ ਸੀ ਤੇ ਮਰਨ ਵਾਸਤੇ ਤਰਸ ਰਹੀ ਹੈ, ਹਾਲਤ ਬੜੀ ਖਰਾਬ ਹੈ, ਇਹਨੂੰ ਨਾ ਪੀ ਤੂੰ। ਸਤਿਗੁਰੂ ਕਹਿੰਦੇ ਸਰੀਰ ਦੀ ਉਮਰ ਨਹੀਂ, ਸਰੀਰ ਜ਼ਮੀਰ, ਤੇਰੀ ਜ਼ਮੀਰ ਦੀ ਉਮਰ ਵਧਾ ਦਿਆਂਗੇ। ਅੱਜ ਦੇਖੋ ਨਾ, ਸਦੀਆਂ ਹੋ ਗਈਆਂ, ਅਸੀਂ ਅੱਜ ਉਹਨਾਂ ਨੂੰ ਯਾਦ ਕਰਦੇ ਹਾਂ। ਸਦੀਆਂ ਹੋ ਗਈਆਂ ਜਿਨ੍ਹਾਂ ਨੇ ਇਸ ਅੰਮ੍ਰਿਤ ਨਾਮ ਨੂੰ ਪ੍ਰਾਪਤ ਕੀਤਾ ਹੈ। ਕਿਸੇ ਕੁੰਡ ਦੇ ਵਿੱਚ ਨਹੀਂ ਹੈ, ਕਿਸੇ ਸਰੋਵਰ ਦੇ ਵਿੱਚ ਅੰਮ੍ਰਿਤ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਕਿੱਥੇ ਹੈ, ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾ। ਉਹ ਲੱਭਣ ਦੀ ਬਾਹਰ ਤੈਨੂੰ ਜ਼ਰੂਰਤ ਨਹੀਂ ਹੈ। ਸਾਹਿਬ ਕਹਿੰਦੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਜਿਉ ਕਸਤੂਰੀ ਮਿਰਗ ਨਾ ਜਾਣੇ, ਭ੍ਰਮ ਦਾ ਭਰਮ ਭੁਲਾਇਆ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਤੇ ਉਹਨੂੰ ਪ੍ਰਾਪਤ ਕਰਨ ਲਈ ਕੀ ਕਰਨਾ, ਛੋਡੋ ਬੇਸ ਭੇਖ ਚਤਰਾਈ,
दुबदा ए फल नाही जियो, मन रे थिर रहो, मत कत जाही जियो, बाहर ढूंढत बहुत दुख पावे, घर अमृत घट माही जियो। बाहर लभण ना जाई, अमृत तेरे अंदर है। तो सतगुरु जी किन्ना क अमृत है अंदर, ये भी गुरु साहब जी महाराज कृपा कर रहे हैं। कहते अंतर अमृत खुटा भरिया, अंदर खूह भरिया पिया तेरे अंदर अमृत का। अंतर अमृत खुटा भरिया, शब्द काढ़ पीए पनहारी। जिहड़ियां पानी भरदियां ना खूह तो बीबियां, बाल्टी दे नाल रस्सी बन्ननी पैंदी है, रस्सी हत्थ दे विच आ, बाल्टी थले चल गई, संबंध किहदे नाल बन गया, पानी दे नाल बन गया। तो इदे संबंध गुरु के शब्द जिदन लैके चलांगे, शब्द काढ़ पीए पनहारी। ये गुरु के शब्द की, गुरु की सिक्ख्या लवांगे तो इस अंदरले अमृत की सानू समझ आए। मैं फिर बार बार बेनती कर रहा, बाहरला अमृत छकना इस करके जरूरी है, अंदरले अमृत की समझ आ जाए। ये पहली रहत है, प्रथम रहत जे जान खंडे की पौल सके। पहली रहत है खंडे की पौल प्राप्त करनी। अमृत की है? सतगुरु महाराज कहते भाई ये अमृत परमेश्वर का नाम है, आत्मिक जीवन देण वाला है। हुण अमृत कित्थों मिलता है, कित्थों मिलता? तो कहते हैं सतगुरु महाराज कहते अमृत हर हर नाम है मेरी जिंदड़ीए, अमृत गुरमत पाहेरा। गुरु की मत के नाल इस अंदरले अमृत की सानू समझ आएगी। जदों असीं गुरु की शरण विच आवांगे, असीं बचन पढ़ते हैं, हम अवगुण भरे एक गुण नाही, अमृत छाड़ विखे बिखाई, माया मोह भरम पै भूले, सुत दारा स्यों प्रीत लगा। एक उत्तम पंथ सुनियो गुर संगत, तह मिलंत जम त्रास मिटाई, एक अरदास भाट कीरत की, गुर रामदास राखो सरनाई। ये तो समझ आ गई कि गुरु की शरण विच रह के ही अमृत मिलेगा। गुरु की शरण विच आके ही सानू इहदी अमृत की जीवन दे विच प्राप्ति हो सकती है। किमें मिल सकता है? गुरु साहब कहते, महाराज कह रहा अमृत हर हर नाम है मेरी जिंदड़ीए, अमृत गुरमत पाएरा। अमृत की है, कित्थे मिलता है, किमें मिलता है? तो सतगुरु कहते भई थोड़ी जी कोशिश करनी पएगी, अमृत तेरे अंदर है। सतगुरु गुरु नानक साहब जी की प्रमुख बाणी है जपजी साहब, तुसीं रोजाने पढ़ते हो। ਉਹਦੇ ਵਿੱਚ सतगुरु ने 7 निशानियां दसियां, कहते ये कर लेगा तेनू अंदर ही अमृत प्राप्त हो जाएगा। ਉਹਦੇ वास्ते की है? कहते जत पहारा धीरज सुनियार। पहारा कहते दुकान। कहते एक नक्शा खिंचा गुरु साहब जी ने साढ़े सामने उदाहरण रखी है। कहते तेरा उच्चा आचरण होना चाहिए, इनू दुकान बना ला। तो दुकान ते सुनियारा जिहड़ा बैठा वो धीरज होना चाहिए तेरे अंदर। जत पहारा धीरज सुनियार। ऐरण मत, मत जिहड़ी है उन्होंने ऐरण बना। लोहे का जिहड़ा टुकड़ा है जिहदे उपर लोहार तो बड़ा रखते ना, उहदे उपर किन्ने थोड़े मारते। मत अपनी नहीं चलाउणी, मत दे उपर गुरु दे नाम की सट मारनी, अपनी मत नहीं चलाउणी। ऐरण दे उपर हथौड़ा पैंदा है। ऐरण मत जिदा वो शब्द है ना गुरु साहब जी का सलोक, हस्ती सिर ज्यों अंक सह ऐरण ज्यों सिर दे, मन तन आगे रख के उभी सेवक। इत्थे फिर अपनी मत ना चलाई जे तेनों अमृत नाम चाहिए है, अपनी मत नहीं। ऐरण मत ते केड़ा हथियार चाहिए? हथौड़ा केड़ा चाहिए? वेद हथियार। वेद कहते ज्ञान। जत पहारा धीरज सुनियार, ऐरण मत वेद हथियार। पौ खला, ये जिहड़ी धौकनी जिहड़ी है जिहदे विच अग बालनी है, पौ भौ दी रख। पौ खला अगण तप ताओ। कोई तप नहीं करना, अपने जीवन नूं सतगुरु दे उपदेशां नाल साधना है। ये अग बना ला, अगण तप ताओ। तो फिर प्राप्ति की होएगी? वो परमात्मा बड़ी कृपा कर। अगण तपताओ, भांडा पाओ, प्रेम का भांडा बनाओ, तो की मिलेगा? भांडा पाओ अमृत तित ढाल, वो अमृत पाल।
ਇਹ ਇਵੇਂ ਇਸ ਤਰ੍ਹਾਂ ਕਹਿੰਦੇ ਤੈਨੂੰ ਅੰਮ੍ਰਿਤ ਨਾਮ ਦੀ ਜੀਵਨ ਦੇ ਵਿੱਚ ਪ੍ਰਾਪਤੀ ਹੋ ਸਕਦੀ ਹੈ। ਹੁਣ ਸਤਿਗੁਰੂ ਮਹਾਰਾਜ ਦੇ ਸ਼ਬਦ ਨੂੰ ਲੈ ਚਲੀਏ ਨਾਲ। ਸਾਹਿਬ ਮਹਾਰਾਜ ਜੋ ਸਮਝਾ ਰਹੇ ਕਹਿੰਦੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ। ਸੁਰ ਕਹਿੰਦੇ ਦੇਵਤੇ, ਨਰ, ਮੁਨ ਵੈਸੇ ਬਹੁਤ ਵਿਦਵਾਨਾਂ ਨੇ ਅਰਥ ਅਲੱਗ-ਅਲੱਗ ਕੀਤੇ ਆ। ਮੁਨੀ ਜਿਹੜੇ ਆ ਜਿਨ੍ਹਾਂ ਨੇ ਆਪਣੇ ਮਨ ਨੂੰ ਕਾਬੂ ਕਰ ਲਿਆ, ਮੁਨੀ ਜਨ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਉਹ ਭਾਲ ਕਰ ਰਹੇ ਆ। ਤੇ ਸਾਨੂੰ ਕਿੱਥੋਂ ਮਿਲਿਆ? ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਕਹਿੰਦੇ ਮੈਨੂੰ ਗੁਰੂ ਦੇ ਕੋਲੋਂ ਪ੍ਰਾਪਤ ਹੋਇਆ ਹੈ, ਗੁਰੂ ਦੇ ਕੋਲੋਂ ਪ੍ਰਾਪਤ। ਹੁਣ ਇੱਥੇ ਧਿਆਨ ਦੇਣ ਦੀ ਜੋ ਸੋ ਅੰਮ੍ਰਿਤ ਗੁਰ ਤੇ ਪਾ, ਇਹ ਨਹੀਂ ਕੋਈ ਤੁਹਾਨੂੰ ਕਹਿ ਰਿਹਾ ਅੰਮ੍ਰਿਤ ਛਕ ਲਓ। ਕੋਈ ਗਿਆਨੀ ਪੁਰਸ਼ ਹੈ, ਕੋਈ ਸੰਤ ਮਹਾਂਪੁਰਸ਼ ਹੈ, ਕੋਈ ਡੇਰਾ ਹੈ, ਕੋਈ ਸੰਸਥਾ ਹੈ, ਇਹ ਨਹੀਂ ਕਿ ਅਸੀਂ ਉਹਦਾ ਅੰਮ੍ਰਿਤ ਛਕਿਆ। ਅਸੀਂ ਤਾਂ ਨਹੀਂ ਫਲਾਣੇ ਬਾਬਾ ਜੀ ਦਾ ਅੰਮ੍ਰਿਤ ਛਕਿਆ ਹੈ। ਅੱਜ ਹੋ ਰਿਹਾ ਸਾਡੇ ਵਿੱਚ, ਉਹ ਆਪਣੇ ਨਾਮ ਦਾ ਪਟਾ ਪਾ ਦਿੰਦੇ ਵੀ ਸਾਡੇ ਸਿੱਖ ਹੋ ਗਏ, ਇੰਨੇ ਸਾਡੇ ਸਿੱਖ ਬਣ ਗਏ। ਨਹੀਂ, ਗੁਰੂ ਸਾਹਿਬ ਮਹਾਰਾਜ ਦੇ ਅੰਮ੍ਰਿਤ ਗੁਰੂ ਦਾ ਹੈ, ਕਲਗੀਧਰ ਪਾਤਸ਼ਾਹ ਦਾ ਅੰਮ੍ਰਿਤ। ਤੁਸੀਂ ਪੁੱਛ ਲਓ ਵੀ ਅਸੀਂ ਤਾਂ ਜੇ ਉੱਥੋਂ ਅੰਮ੍ਰਿਤ ਛਕਿਆ ਸੀ, ਫਲਾਣੇ ਬਾਬਾ ਜੀ ਦਾ ਅੰਮ੍ਰਿਤ ਛਕਿਆ। ਇਤਿਹਾਸ ਨੂੰ ਕਦੇ ਸੋਚਣ ਦਾ ਯਤਨ ਕਰੀਏ। ਪ੍ਰੇਰਨਾ ਕੋਈ ਵੀ ਦੇ ਸਕਦਾ, ਅਸੀਂ ਪ੍ਰੇਰਨਾ ਦੇਣ ਵਾਲੇ ਦੇ ਸਿੱਖ ਨਹੀਂ ਬਣਦੇ। ਅਸੀਂ ਤਾਂ ਉਹਦੇ ਨਾਲ ਜੁੜਨਾ ਹੈ ਜਿਹਨੇ ਸਾਨੂੰ ਪਰਮਾਤਮਾ ਨਾਲ ਜੋੜਨਾ, ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹੁਣ ਉਦਾਹਰਨ ਹੈ, ਭਾਈ ਜੋਧ ਕੋਲੋਂ ਬਾਣੀ ਸੁਣ ਕੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਆਏ, ਇਹ ਸਾਰਿਆਂ ਨੂੰ ਪਤਾ ਹੈ। ਪਰ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣ ਕੇ ਕਦੇ ਜ਼ਿਕਰ ਨਹੀਂ ਕੀਤਾ ਭਾਈ ਜੋਧ। ਗੁਰੂ ਅਮਰਦਾਸ, ਬਾਬਾ ਅਮਰਦਾਸ ਜੀ ਬੀਬੀ ਅਮਰੋ ਦੇ ਕੋਲੋਂ ਬਾਣੀ ਸੁਣ ਕੇ ਗੁਰੂ ਸਾਹਿਬ ਜੀ ਦੇ ਕੋਲ ਆਏ, ਬੀਬੀ ਅਮਰੋ ਦਾ ਜ਼ਿਕਰ ਨਹੀਂ ਹੈ। ਕਿਉਂਕਿ ਜਿਹਦੇ ਨਾਲ ਜੁੜ ਗਏ ਆ ਉਹਦੀਆਂ ਪ੍ਰਕਰਮਾਂ ਥੋੜ੍ਹੇ ਕੀਤੀਆਂ ਜਾ ਕੇ ਭਾਈ ਜੋਧ ਦੀਆਂ ਜਾਂ ਬੀਬੀ ਅਮਰੋ ਦੀਆਂ। ਅਸੀਂ ਉਹਨਾਂ ਨਾਲ ਜੁੜ ਗਏ ਜਿਹਨੇ ਸਾਨੂੰ ਪ੍ਰੇਰਨਾ ਕੀਤੀ ਵੀ ਇਹੀ ਰੱਬ ਹੈ, ਇਹ ਸਾਨੂੰ ਜੋੜ ਰਿਹਾ। ਅੱਜ ਪਿੱਛੇ ਜੇ ਇੱਕ ਬੜੇ ਵੀਡੀਓ ਚੱਲ ਰਹੇ, ਇੱਕ ਬਾਬਾ ਮੋਟਾ ਜਿਹਾ ਬਾਬਾ, ਹੁਣ ਨਾਮ ਵੀ ਨਹੀਂ ਲੈਣਾ ਚਾਹੀਦਾ, ਉਹਦਾ ਇੱਕ ਜਵਾਬ ਦਿੱਤਾ ਭਾਈ ਸਰਬਜੀਤ ਸਿੰਘ ਜੀ ਧੁੰਦਾ, ਗੁਰਮਤਿ ਪ੍ਰਚਾਰਕ ਹੈ। ਉਹਨਾਂ ਨੇ ਉਹ ਲਲਕਾਰਿਆ ਉਸ ਨੂੰ, ਉਹਦਾ ਜਵਾਬ ਦਿੱਤਾ। ਉਹ ਕਿੰਨੀ ਗੰਦੀ ਗੱਲ ਸੰਗਤ ਵਿੱਚ ਬੋਲ ਰਿਹਾ ਕਿ ਮੈਨੂੰ ਸੁਪਨਾ ਆਇਆ, ਮੇਰੀ 60 ਸਾਲ ਦੀ ਉਮਰ ਹੈ, ਹੁਣ ਤਾਂ ਮੈਂ 60 ਸਾਲ 'ਚ ਮੇਰਾ ਵਿਆਹ ਹੋ ਜਾਏ, ਮੈਂ ਕੀ ਕਰ ਸਕਦਾ। ਇੰਨੀਆਂ ਗੰਦੀਆਂ, ਔਰ ਸੰਗਤ ਬੀਬੀਆਂ ਬੈਠੀਆਂ, ਭੈਣਾਂ ਬੈਠੀਆਂ। ਹੁਣ ਉਹਦਾ ਜਵਾਬ ਦੇਣ, ਹੁਣ ਉਹਨੂੰ ਬੀਬੀ ਫੋਨ ਕਰ ਰਹੀ ਹੈ, ਭਾਈ ਸਰਬਜੀਤ ਸਿੰਘ ਜੀ ਧੁੰਦਾ, ਅੱਜ ਤੁਸੀਂ ਦੇਖ ਸਕਦੇ ਆਡੀਓ ਚੱਲ ਰਿਹਾ, ਤੇ ਉਹ ਬੀਬੀ ਕਹਿ ਰਹੀ ਬਾਬਾ ਜੀ ਦੀ ਨਿੰਦਾ ਕਰਦੇ ਹੋ ਤੁਸੀਂ। ਉਹ ਕਿ ਨਿੰਦਾ ਥੋੜ੍ਹੇ ਹੈ। ਬਾਬਾ ਜੀ ਗੱਲ ਕਰਦੇ ਕਰਦੇ ਅੱਗੇ ਕਹਿੰਦੀ ਹੈ ਬਾਬਾ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਜੋੜਿਆ। ਭਾਈ ਸਰਬਜੀਤ ਸਿੰਘ ਪੁੱਛਦਾ ਉਸ ਨੂੰ ਵੀ ਇਹ ਦੱਸੋ ਫਿਰ ਤੈਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਗੁਰੂਆਂ ਦੀ ਬਾਣੀ ਹੈ? ਕਹਿੰਦੀ ਇਹ ਤੈਨੂੰ ਪਤਾ ਨਹੀਂ, 10 ਗੁਰੂਆਂ ਦੀ ਬਾਣੀ ਹੈ ਤੇ 11ਵੇਂ ਗੁਰੂ ਗ੍ਰੰਥ ਸਾਹਿਬ ਜੀ। ਮਤਲਬ ਬਾਬੇ ਨੂੰ ਕੁਛ ਨਾ ਕਹੋ, ਬਾਬਾ ਆਪਣੇ ਨਾਲ ਜੋੜ ਰਿਹਾ ਹੈ। ਤੇ ਅੱਜ ਬਹੁਤ ਲੋੜ ਹੈ। ਤੇ ਅੰਮ੍ਰਿਤ ਕਿਸੇ ਬਾਬੇ ਦਾ ਨਹੀਂ ਹੈ, ਕਿਸੇ ਗਿਆਨੀ ਦਾ ਅੰਮ੍ਰਿਤ ਨਹੀਂ ਹੈ। ਕਹਿੰਦੇ ਸੋ ਅੰਮ੍ਰਿਤ ਗੁਰ ਤੇ। ਜਿਹੜਾ ਬੰਦਾ ਗਾਣੇ ਗਾ ਰਿਹਾ ਸਟੇਜ ਤੇ ਬੈਠ ਕੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਾਣੇ ਗਾ ਰਿਹਾ ਹੈ, ਔਰ ਤੁਸੀਂ ਦੇਖਿਆ ਸੋਹਲਾ ਸਾਹਿਬ ਪੜ੍ਹ ਰਿਹਾ, ਸੁੱਤਾ ਪਿਆ ਹੈ। ਮੈਨੂੰ ਵੀ ਫੋਨ ਆ ਜਾਏਗਾ ਕਿਉਂਕਿ ਸਾਰੇ ਸੁਣਦੇ ਆ। ਤੇ ਇਹ ਸਾਨੂੰ ਅੱਜ ਲੋੜ ਹੈ, ਸਾਨੂੰ ਅੱਜ ਸੱਚ ਜਿਹੜਾ ਹੈ ਸਾਹਮਣੇ ਲਿਆਉਣ ਦੀ ਜ਼ਰੂਰਤ ਹੈ। ਇਹਨਾਂ ਕੋਲ ਡਰਨ ਦੀ ਜ਼ਰੂਰਤ ਨਹੀਂ ਹੈ, ਜਿਨ੍ਹਾਂ ਨੇ ਅੱਜ ਬਹੁਤ ਕੌਮ ਦੇ ਵਿੱਚ ਵਿਗਾੜ ਪਾ ਕੇ ਰੱਖ ਦਿੱਤੇ ਆ। ਤੇ ਅੰਮ੍ਰਿਤ ਕਿਹਦਾ ਹੈ? ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਗੁਰੂ ਦੇ ਕੋਲ ਇਹ ਆਤਮਿਕ ਜੀਵਨ ਦਾ ਅੰਮ੍ਰਿਤ ਪ੍ਰਾਪਤ ਹੋਇਆ। ਤੇ ਕੀ ਹੋਇਆ? ਕਹਿੰਦੇ ਹਨ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ। ਫਿਰ ਦੁਹਰਾਈ ਗੱਲ। ਤੇ ਜਦੋਂ ਉਹ ਕਿਰਪਾ ਕਰਦਾ ਹੈ ਗੁਰੂ ਦੇ ਰਾਹੀਂ, ਕੀ ਹੋਇਆ? ਸੱਚਾ ਮਨ ਵਸਾਇਆ। ਉਹ ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਆਪਣੇ ਹਿਰਦੇ ਦੇ ਵਿੱਚ ਵਸਾਇਆ, ਆਪਣੇ ਮਨ ਦੇ ਵਿੱਚ ਵਸਾ ਲਿਆ ਹੈ। ਜੀ ਜੰਤ ਸਭ ਤੁਧ ਉਪਾਏ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਾਰੇ ਜੀਵ ਜੰਤ ਜਿਹੜੇ ਆ ਉਹ ਆਪ ਜੀ ਨੇ ਪੈਦਾ ਕੀਤੇ ਆ। ਇੱਕ ਵੇਖ ਪਰਸਣ ਆਇਆ। ਇੱਕ ਤਾਂ ਵੇਖ ਕੇ ਚਲੇ ਜਾਂਦੇ ਆ ਨਾ। ਤੁਸੀਂ ਬਾਜ਼ਾਰ ਜਾਓ ਨਾ, ਤੇ ਬਾਜ਼ਾਰ ਦੇ ਵਿੱਚ ਉਹਨਾਂ ਨੇ
ਕੱਪੜੇ ਟੰਗੇ ਹੁੰਦੇ ਆ, ਆਪਾਂ ਕਿੰਨੇ ਦੇਖ ਕੇ ਚਲੇ ਜਾਂਦੇ ਆ। ਪਰ ਜਿਸ ਵੇਲੇ ਸਾਨੂੰ ਲੈਣੇ ਹੁੰਦੇ ਆ ਫਿਰ ਅਸੀਂ ਉਹਦਾ ਰੇਟ ਪੁੱਛਦੇ ਆ, ਚੰਗੀ ਤਰ੍ਹਾਂ ਉਹਦੀ ਪੜਤਾਲ ਕਰਦੇ ਆ, ਫਿਰ 2-4 ਦੁਕਾਨਾਂ ਲੱਭਦੇ ਆ ਜੇ ਲੈਣੇ ਹੁੰਦੇ ਆ, ਨਹੀਂ ਤਾਂ ਅਸੀਂ 50 ਵਾਰੀ ਦੁਕਾਨਾਂ ਦੇ ਅੱਗੇ ਨਿਕਲ ਕੇ ਚਲੇ ਜਾਂਦੇ ਹਾਂ। ਇਸੇ ਤਰ੍ਹਾਂ ਧਾਰਮਿਕ ਦੁਨੀਆ ਦੇ ਵਿੱਚ ਵੀ ਅਸੀਂ ਕਿੰਨੀ ਵਾਰੀ ਆ ਰਹੇ ਹਾਂ, ਗੁਰੂ ਸਾਹਿਬ ਨੂੰ ਦੇਖ ਰਹੇ ਹਾਂ, ਪਰ ਭਾਗਾਂ ਵਾਲੇ ਕਹਿੰਦੇ ਇੱਕ ਬੇਕ ਪਰਸਨ ਆਇਆ। ਪਰਸਨ ਕਹਿੰਦੇ ਛੂਹਣਾ ਹੈ, ਜਿਹੜੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਬਹਿ ਜਾਂਦੇ ਆ, ਸਤਿਗੁਰੂ ਜੀ ਦੀ ਗੱਲ ਨੂੰ ਸਮਝ ਲੈਂਦੇ ਆ, ਤੇ ਬਿਰਲੇ ਹਨ, ਬਿਰਲੇ ਹਨ। ਇੱਕ ਬੇਕ ਪਰਸਨ, ਦੇਖਣ ਵਾਲੇ ਬਹੁਤ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ, ਕਹਿੰਦੇ ਭਾਈ ਤੈਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਨੂੰ ਸਭ ਕੁਝ ਵੇਖਦਾ, ਸਾਰੇ ਦੇਖਦੇ, ਕਿੰਨੀ ਦੁਨੀਆ ਨਿਕਲ ਕੇ ਜਾ ਰਹੀ ਹੈ, ਸਤਿਗੁਰੂ ਨੂੰ ਸਭ ਕੁਝ ਵੇਖਦਾ। ਜੇਤਾ ਜਗ ਸੰਸਾਰ ਡਿੱਠੇ ਮੁਕਤ ਨਾ ਹੋਵੀ, ਜਿਚਰ ਸ਼ਬਦ ਨਾ ਕਰੇ ਵਿਚਾਰ। ਇੱਕ ਵੇਖ ਪਰਸਣ ਆਇਆ, ਇੱਕ ਵੇਖ ਰਿਹਾ ਪਰਸ ਰਿਹਾ, ਕਿਉਂਕਿ ਉਹਨੇ ਸੁਣਿਆ ਹੈ। ਤੇ ਜਦੋਂ ਆ ਕੇ ਪੜ੍ਹੇਗਾ, ਬਾਣੀ ਪੜ੍ਹੇਗਾ ਤੇ ਆਤਮਿਕ ਜੀਵਨ ਮਿਲੇਗਾ। ਆਪਾਂ ਪੜ੍ਹਦੇ ਨੇ ਸ਼ਬਦ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਵਸੀਟ। ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਪ੍ਰਮਾਤਮਾ ਦੀ ਗੱਲ ਦੱਸਣਗੇ, ਸਾਨੂੰ ਪ੍ਰਮਾਤਮਾ ਦੇ ਨਾਲ ਮਿਲਾਉਣਗੇ। ਤੇ ਜਦੋਂ ਅਸੀਂ ਉਸ ਅਕਾਲ ਪੁਰਖ ਨਾਲ ਜੁੜਾਂਗੇ ਤੇ ਗੁਰੂ ਸਾਹਿਬ ਮਹਾਰਾਜ ਕੀ ਕਰਨਗੇ, ਗੁਣਾ ਰੂਪੀ ਅੰਮ੍ਰਿਤ ਸਾਨੂੰ ਦੇਣਗੇ। ਗੁਣਾ ਰੂਪੀ ਇਹ ਅੰਮ੍ਰਿਤ ਲੈਣ ਵਾਸਤੇ ਅਸੀਂ ਆਉਂਦੇ ਹਾਂ। ਇਹ ਅੰਮ੍ਰਿਤ ਰੂਪੀ ਸਾਨੂੰ ਬਖਸ਼ਿਸ਼ ਹੋ ਜਾਏਗੀ, ਗੁਣਾ ਰੂਪੀ ਅੰਮ੍ਰਿਤ ਜਿਹੜਾ ਸਾਨੂੰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਕਹਿੰਦੇ ਜੀ ਜਾਂ ਸਭ ਤੁਧ ਪਾਏ ਇੱਕ ਬੇਕ ਪਰਸਣ ਆਇਆ। ਹੁਣ ਜਿਸ ਵੇਲੇ ਅੰਮ੍ਰਿਤ ਮਿਲਦਾ ਹੈ ਤੇ ਸਾਹਿਬ ਕਹਿੰਦੇ ਕੀ ਮਿਲਦਾ, ਉਹਦੀ ਪ੍ਰਾਪਤੀ ਕੀ ਆ, ਨਿਸ਼ਾਨੀਆਂ ਕਹਿੰਦੇ ਲੱਭ ਲੋਭ ਹੰਕਾਰ ਚੂਕਾ। ਲੱਭ ਕਹਿੰਦੇ ਚਸਕਾ, ਚਸਕਾ ਕਿਸੇ ਚੀਜ਼ ਦਾ ਹੋ ਸਕਦਾ, ਨਿੰਦਾ ਕਰਨ ਦਾ, ਝੂਠ ਬੋਲਣ ਦਾ, ਵਿਕਾਰਾਂ ਦਾ ਚਸਕਾ, ਬਥੇਰੇ ਚਸਕੇ ਆ ਦੁਨੀਆ ਦੇ ਵਿੱਚ। ਪਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਇਹ ਚਸਕਾ ਖਤਮ ਹੋ ਜਾਏਗਾ, ਇਹ ਚਸਕਾ ਖਤਮ ਹੋ ਜਾਏਗਾ, ਲੋਭ ਖਤਮ ਹੋ ਜਾਏਗਾ, ਵੰਡਣ ਵਾਲਾ ਬਣ ਜਾਏਗਾ। ਲੋਭੀ ਨਹੀਂ ਬਣੇਗਾ ਕਿ ਸਭ ਕੁਝ ਲੋਭੀ ਤਾਂ ਹੁੰਦਾ ਕਿ ਸਾਰਾ ਕੁਝ ਮੇਰੇ ਕੋਲ ਆ ਜਾਏ। ਲੋਭੀ ਜੰਤ ਨਾ ਜਾਣੀ ਅਪੱਖ ਅਪੱਖ ਸਭ ਖਾ, ਵੀ ਮੇਰੇ ਕੋਲ ਸਭ ਕੁਝ ਮੇਰੇ ਕੋਲ ਆ ਜਾਏ, ਦੂਸਰੇ ਦਾ ਵੀ ਮੇਰੇ ਕੋਲ ਆ ਜਾਏ। ਕਿਉਂਕਿ ਬਹੁਤ ਫਰਕ ਹੈ, ਜਿੱਦਾਂ ਮੈਂ ਬੇਨਤੀ ਕੀਤੀ ਹੈ ਨਾ, ਇੱਕ ਤਾਂ ਹੁੰਦਾ ਕਿ ਵੇਖਣਾ ਤੇ ਇੱਕ ਹੁੰਦਾ ਪਰਸਣਾ। ਬਹੁਤ ਬਹੁਤ ਅੰਤਰ ਹੈ, ਜ਼ਮੀਨ ਆਸਮਾਨ ਦਾ ਅੰਤਰ ਹੈ। ਸ਼ਲੋਕ ਆਇਆ ਬਾਬਾ ਫਰੀਦ ਸਾਹਿਬ ਦਾ ਸਾਹਮਣੇ, ਇੱਕ ਤਾਂ ਆਪਾਂ ਪੜ੍ਹਦੇ ਹੀ ਹਾਂ, ਬਾਬਾ ਫਰੀਦ ਸਾਹਿਬ ਜੀ ਉਹਨਾਂ ਨੇ ਸ਼ੱਕਰ ਮਾਂ ਦਿੰਦੀ ਸੀ ਤੇ ਉਹਨਾਂ ਦੀ ਲਗਨ ਲੱਗ ਗਈ, ਉਹਨਾਂ ਰੱਬ ਦੀ ਅੱਲਾ ਦੀ ਪ੍ਰਾਪਤੀ ਹੋ ਗਈ। ਉਹਨਾਂ ਨੇ ਫਿਰ ਕਿਹਾ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਦੁੱਧ। ਸ਼ੱਕਰ ਅਸੀਂ ਨਹੀਂ ਖਾਂਦੇ, ਸ਼ੱਕਰ ਨਹੀਂ ਅਸੀਂ ਖਾਂਦੇ, ਸਾਡਾ ਬਾਹਰ ਸ਼ੱਕਰ ਨਾਲ ਨਹੀਂ ਪੈਂਦਾ, ਅਸੀਂ ਤਾਂ ਬਹੁਤ ਖਾਂਦੇ। ਸਾਡੇ ਵਰਗੇ ਸ਼ੂਗਰ ਹੋ ਗਈ ਹੈ, ਅਬ ਸ਼ੱਕਰ ਰੋਗ ਬਣ ਗਿਆ ਹੈ। ਕਦੋਂ ਬਣ ਗਿਆ? ਕਿਉਂਕਿ ਜਦੋਂ ਉਹਦੀ ਸਾਨੂੰ ਮਹਾਨਤਾ ਹੀ ਨਹੀਂ ਪਤਾ ਚੀਜ਼ ਦੀ। ਉਹ ਕਾਹਦੇ ਵਾਸਤੇ ਦਿੰਦੀ ਸੀ? ਵੀ ਰੱਬ ਨਾਲ ਜੁੜ ਜਾ, ਪ੍ਰਮਾਤਮਾ ਨਾਲ। ਅਸੀਂ ਕਿੰਨੀਆਂ ਮਿੱਠੀਆਂ ਚੀਜ਼ਾਂ ਖਾਂਦੇ ਹਾਂ, ਸਾਡੇ ਤੇ ਸ਼ੱਕਰ ਰੋਗ ਬਣ ਗਈ। ਮੈਂ ਨਹੀਂ ਕਹਿ ਰਿਹਾ, ਬਾਬਾ ਫਰੀਦ ਸਾਹਿਬ ਕਹਿੰਦੇ ਆ, ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਬਿਸ। ਹੁਣ ਸ਼ੱਕਰ ਕਹਿੰਦੇ ਤੁਹਾਡੇ ਵਾਸਤੇ ਤਾਂ ਜ਼ਹਿਰ ਹੈ, ਸ਼ੂਗਰ ਡਾਕਟਰ ਕਹਿੰਦੇ ਆ। ਬਾਬਾ ਫਰੀਦ ਸਾਹਿਬ ਜੀ 11ਵੀਂ ਸਦੀ ਵਿੱਚ ਹੋਏ ਹੈ, ਉਹਨਾਂ ਨੇ ਕਹਿ ਦਿੱਤਾ ਫਰੀਦਾ ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ, ਸਾਈਂ ਵਾਜੋ ਆਪਣੇ ਬੇਦਨ ਕਹੀਏ ਕਿਸ। ਵੀ ਇਹ ਜ਼ਹਿਰ ਬਣ ਜਾਂਦੇ, ਜਿਹੜੇ ਪਦਾਰਥ ਜ਼ਹਿਰ ਬਣ ਗਏ। ਸਿਰਫ ਅਸੀਂ ਦੇਖ ਰਹੇ ਹਾਂ, ਜਿੰਨੇ ਤੱਕ ਉਹਦੇ ਕੋਲ ਬੈਠਾਂਗੇ ਨਹੀਂ, ਬਾਣੀ ਨੂੰ ਸਮਝਣ ਦਾ ਨਹੀਂ ਯਤਨ ਕਰਾਂਗੇ ਸਤਿਗੁਰੂ ਨੇ ਕੀ ਕਿਹਾ, ਤੇ ਉਹਦੇ ਨਾਲ ਜੀਵਨ ਬਦਲੇਗਾ। ਕੀ ਹੋਏਗਾ? ਸਾਹਿਬ ਕਹਿੰਦੇ ਲੱਭ ਲੋਭ ਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਸਤਿਗੁਰੂ ਪ੍ਰਾਪਤ ਹੋ ਗਿਆ ਤੇ ਜੋ ਗੁਰੂ ਕਰਦਾ ਉਹ ਭਲਾ ਕਰਕੇ ਲੱਗਦਾ ਹੈ, ਸਾਨੂੰ ਵੀ ਚੰਗਾ ਲੱਗਣ ਲੱਗ ਜਾਂਦਾ ਹੈ। ਅਸੀਂ ਫਿਰ ਉਲਾਂਭੇ ਨਹੀਂ ਦਿੰਦੇ। ਪਰ ਹਾਲਤ ਕੀ ਹੈ ਸਾਡੀ ਸਾਰਿਆਂ ਦੀ? ਘਰ ਵਿੱਚ ਰਿਸ਼ਤੇਦਾਰ ਆ ਜਾਣ ਨਾ, ਮਹਿਮਾਨ, ਰੁਕ ਜਾਓ ਜੀ, ਰਾਤ ਰੁਕ ਜਾਓ, ਕੋਈ ਗੱਲ ਨਹੀਂ, ਲੇਟ ਹੋ ਗਿਆ, ਕੋਈ ਗੱਲ ਨਹੀਂ, ਤੁਸੀਂ ਕਿਹੜਾ ਰੋਜ਼ ਆਉਂਦੇ ਹੋ, ਇੱਕ ਰਾਤ ਨਹੀਂ ਵੀ ਸੋਵਾਂਗੇ, ਗੱਪਾਂ ਮਾਰੋ, ਸਾਰੀ ਰਾਤ ਨਿਕਲ ਜਾਂਦੀ ਹੈ। ਜੇ ਅਖੰਡ ਪਾਠ ਸਾਹਿਬ ਰੱਖਿਆ ਹੋਵੇ ਤੇ ਇੱਕ ਦੂਸਰੇ ਨੂੰ ਧੱਕੇ ਲਾਉਂਦੇ, ਪਹਿਲੀ ਗੱਲ ਤਾਂ ਬੈਠਦੇ ਕੋਈ ਨਹੀਂ, ਕਮਰੇ ਵਿੱਚ ਜਾ ਕੇ
ਵੀ ਤੂੰ ਬਹਿ ਜਾ, ਪਹਿਲਾਂ ਮੈਂ ਤਾਂ ਹੁਣੇ ਉੱਠ ਕੇ ਆਇਆ। ਤੇ ਭਲਾ ਨਹੀਂ ਨਾ, ਚੰਗਾ ਕਰਕੇ ਨਹੀਂ ਮੰਨਿਆ ਗੁਰੂ ਨੂੰ। ਰਿਸ਼ਤੇਦਾਰ ਤਾਂ ਚੰਗੇ ਹੋ ਗਏ ਵੀ ਤੁਸੀਂ ਜਾਓ ਹੀ ਨਾ, ਆਪਾਂ ਕੋਈ ਨਹੀਂ, ਇੱਕ ਰਾਤ ਨਹੀਂ ਸੌਵਾਂਗੇ, ਫਿਰ ਕੀ ਗੱਲਾਂ ਮਾਰਦੇ ਆ। ਤੇ ਉਹ ਰਿਸ਼ਤੇਦਾਰਾਂ ਨਾਲੋਂ ਭੈੜਾ ਤਾਂ ਨਹੀਂ ਹੈ ਸਤਿਗੁਰੂ, ਪਰ ਉਹਨੂੰ ਚੰਗਾ ਲੱਗੇਗਾ ਜਿਹਦੇ ਅੰਦਰੋਂ ਲੱਭ, ਲੋਭ, ਹੰਕਾਰ, ਚੂਕਾ ਸਤਿਗੁਰੂ ਭਲਾ ਪਾਇਆ, ਜਿਹਨੂੰ ਸਤਿਗੁਰੂ ਭਲਾ ਲੱਗਦਾ, ਚੰਗਾ ਲੱਗਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਆਪਣੇ ਜੀਵਨ ਦੇ ਵਿੱਚ, ਜਵਾਨੀ ਦੇ ਵਿੱਚ ਘਰ ਛੱਡ ਦਿੱਤਾ ਸੀ ਉਹਨਾਂ ਨੇ, 3 ਗੁਰੂ ਧਾਰਨ ਕੀਤੇ ਆ। ਫਿਰ ਇੱਥੇ ਆ ਕੇ ਅੱਜ ਵੈਸੇ ਬੜਾ ਇਤਿਹਾਸ ਸਾਡਾ ਵਿਗਾੜਦੇ ਆ, ਕਹਿੰਦੇ ਜੀ ਪਹਿਲਾਂ ਤਾਂ ਨਾਮ ਹੀ ਨਹੀਂ ਲੈਂਦੇ, ਬੰਦਾ ਬੈਰਾਗੀ, ਬੰਦਾ ਬੈਰਾਗੀ। ਪਹਿਲੀ ਗੱਲ ਤਾਂ ਉਹ ਬੈਰਾਗੀ ਨਹੀਂ ਸੀ ਉਸ ਵੇਲੇ, ਜਿਸ ਵੇਲੇ ਗੁਰੂ ਸਾਹਿਬ ਜੀ ਦੀ ਮੁਲਾਕਾਤ ਹੋਈ। ਉਹ ਜੋਗੀ ਅਗੜਨਾਥ ਦੇ ਕੋਲੋਂ, ਨਾਸਿਕ ਦੇ ਕੋਲ, ਉੱਥੋਂ ਉਹਨੇ ਰਿੱਧੀਆਂ ਸਿੱਧੀਆਂ ਸਿੱਖੀਆਂ ਸੀ, ਜੋਗੀ ਸੀ। ਮਾਧੋ ਦਾਸ ਜੋਗੀ ਸੀ, ਬੈਰਾਗੀ ਨਹੀਂ ਸੀ। ਤੇ ਜਿਸ ਵੇਲੇ ਕਲਗੀਧਰ ਪਾਤਸ਼ਾਹ ਗਏ ਆ, ਗੁਰੂ ਸਾਹਿਬ ਮਹਾਰਾਜ ਦੇ ਦਰਸ਼ਨ ਕਰਦਾ ਹੈ, ਤੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰੋ, ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰ। ਤੇ ਹੁਣ ਕਈ ਪਾਸੇ ਝਾਤ ਮਾਰਦਾ, ਇੱਕ ਪਾਸੇ ਤਾਂ ਡੇਰਾ ਉਹਦਾ ਬਹੁਤ ਵੱਡਾ ਡੇਰਾ, ਇੱਕ ਪਾਸੇ ਉਹਦੇ ਚੇਲੇ ਆ, ਇੱਕ ਪਾਸੇ ਹਜ਼ਾਰਾਂ ਲੋਕ ਉਹਨੂੰ ਮੰਨਣ ਵਾਲੇ ਆ। ਤੇ ਕਲਗੀਧਰ ਪਾਤਸ਼ਾਹ ਨੇ ਕੀ ਦਿੱਤਾ? ਅੰਮ੍ਰਿਤ ਦੀ ਦਾਤ ਦੇ ਕੇ 5 ਤੀਰ ਦਿੱਤੇ ਔਰ 5 ਸਿੱਖ ਦਿੱਤੇ। ਇਹ ਤੇਰੇ ਚੇਲੇ ਨਹੀਂ ਆ, ਇਹ ਆਜ਼ਾਦ ਰਹਿਣਗੇ, ਜਾਣਗੇ ਤੇਰੇ ਨਾਲ। ਇਹ 5 ਪਿਆਰੇ ਗੁਰੂ ਦਾ ਰੂਪ ਹੈ, ਇਹ ਤੇਰੇ ਚੇਲੇ ਨਹੀਂ ਭੇਜ ਰਿਹਾ ਤੇਰੇ ਨਾਲ। ਹਾਂ, ਤੇਰੇ ਭਾਵਨਾ ਅੰਦਰ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਮੈਂ ਬਦਲਾ ਲੈਣਾ ਹੈ। ਉਹ ਕਹਿੰਦਾ ਕਿ ਸਤਿਗੁਰੂ ਮਹਾਰਾਜ ਸਭ ਕੁਝ ਛੱਡ ਦਿੱਤਾ, ਮੈਨੂੰ ਕੋਈ ਡੇਰੇ ਦੀ ਲੋੜ ਨਹੀਂ ਹੈ, ਮੈਨੂੰ ਚੇਲਿਆਂ ਦੀ ਲੋੜ ਨਹੀਂ ਹੈ, ਮੈਨੂੰ ਲੋਕਾਂ ਦੀ ਲੋੜ ਨਹੀਂ ਹੈ, ਮੈਨੂੰ ਤਾਂ ਤੇਰੇ ਚਰਨ ਹੈ। ਕਿਉਂਕਿ ਸਤਿਗੁਰੂ ਭਲਾ, ਆਪਣੇ ਗੁਰੂ ਨੂੰ ਚੰਗਾ ਕਰਕੇ ਮੰਨ ਲਿਆ, ਬਾਕੀ ਸਾਰਾ ਕੁਝ ਛੱਡ ਦਿੱਤਾ, ਮੇਰੇ ਵਾਸਤੇ ਤੂੰ ਹੀ ਹੈ। ਕਿੰਨੀ ਵੱਡੀ ਕੁਰਬਾਨੀ ਦਿੰਦਾ ਹੈ, ਨੋਚ ਨੋਚ ਕੇ ਜਮੂਰਾਂ ਦੇ ਨਾਲ। ਆਪਾਂ ਜਾਓ ਨਾ ਉੱਥੇ ਦਿੱਲੀ ਕੁਤਬ ਮੀਨਾਰ ਦੇ ਕੋਲ ਮਹਿਰੌਲੀ, ਜਿੱਥੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ ਹੈ, ਉਸ ਤੋਂ ਪਹਿਲਾਂ ਉਹਨਾਂ ਦੇ 4 ਸਾਲ ਦੇ ਪੁੱਤਰ ਅਜੇ ਸਿੰਘ ਦਾ ਕਲੇਜਾ ਕੱਢ ਕੇ, ਦਿਲ ਕੱਢ ਕੇ ਉਹਦੇ ਮੂੰਹ ਦੇ ਵਿੱਚ ਤੁੰਨਿਆ ਗਿਆ। ਐਡੀ ਵੱਡੀ ਸ਼ਹਾਦਤ, ਤੇ ਕਿੱਡਾ ਵੱਡਾ ਆਪਣੇ ਆਪ ਕੋ, ਕਿਹੜਾ ਬੰਦਾ ਸੋਚਦਾ ਵੀ ਇੰਨੀ ਪੂਜਾ ਹੋ ਰਹੀ ਹੈ, ਕੀ ਲੈਣਾ ਆਪਾਂ। ਉਹਨੇ ਸਤਿਗੁਰੂ ਭਲਾ ਪਾਇਆ, ਗੁਰੂ ਨੂੰ ਚੰਗਾ ਕਰਕੇ। ਤੁਸੀਂ ਗੁਰੂ ਨੂੰ ਚੰਗਾ ਸਮਝਦੇ ਹੋ, ਭਲਾ ਕਰਕੇ ਸਮਝਦੇ, ਤੇ ਗੁਰੂ ਦੀ ਸੰਗਤ ਕਰਦੇ ਹੋ, ਬਾਣੀ ਪੜ੍ਹਦੇ, ਅੰਮ੍ਰਿਤ ਛਕਿਆ। ਤੇ ਇਹ ਜਿਨ੍ਹਾਂ ਨੇ ਭਲਾ ਕਰਕੇ, ਚੰਗਾ ਕੀ, ਗੁਰੂ ਜੋ ਕਰਦਾ ਹੈ ਭਲਾ ਕਰਦਾ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੇ ਅੰਦਰੋਂ ਕੀ ਹੋਇਆ? ਲੱਭ, ਲੋਭ, ਹੰਕਾਰ, ਚੂਕਾ ਸਤ ਗੁਰੂ ਭਲਾ ਪਾਇਆ। ਸਤਿਗੁਰੂ ਨੂੰ ਭਲਾ ਕਰਕੇ ਮੰਨਿਆ ਕਿ ਮੇਰਾ ਗੁਰੂ ਹੀ ਮੇਰੇ ਵਾਸਤੇ ਸਭ ਕੁਝ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ। ਉਹ ਕੰਮ ਨਹੀਂ ਚੱਲਦਾ ਵੀ ਚਲੋ ਅੱਧੀ ਗੱਲ ਮੰਨ ਲਈ, ਅੱਧੀ ਕਿ ਨਹੀਂ। ਇੱਥੇ ਤਾਂ ਕਹਿੰਦੇ ਸਭ ਕੁਝ ਦੇਣਾ ਪੈਂਦਾ ਜੇ ਆਤਮਿਕ ਜੀਵਨ ਦਾ ਅੰਮ੍ਰਿਤ ਪ੍ਰਾਪਤ ਕਰਨਾ ਹੈ। ਕਹੇ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਹਾਂ, ਜਿਹਦੇ ਉੱਪਰ ਗੁਰੂ ਸਾਹਿਬ ਮਹਾਰਾਜ ਆਪ ਕਿਰਪਾ ਕਰਦੇ ਆ, ਉਹ ਇਸ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਪ੍ਰਾਪਤ ਕਰਦੇ। ਮੈਂ ਫਿਰ ਬੇਨਤੀ ਕਰਦਾ ਕਿ ਇਹ ਜਿਹੜਾ ਅੰਮ੍ਰਿਤ ਹੈ, ਆਤਮਿਕ ਜੀਵਨ ਦੇਣ ਵਾਲੇ ਅੰਮ੍ਰਿਤ ਦੀ ਤਾਂ ਸਮਝ ਆਉਂਦੀ ਆ, ਜਿੱਦਾਂ ਮੈਂ ਪਹਿਲਾਂ ਬੇਨਤੀ ਕੀਤੀ ਆ, ਅੰਮ੍ਰਿਤ ਸ਼ਬਦ ਗੁਰਬਾਣੀ ਵਾਸਤੇ ਆਇਆ, ਅੰਮ੍ਰਿਤ ਨਾਮ ਵਾਸਤੇ, ਸ਼ੁਭ ਗੁਣਾ ਵਾਸਤੇ, ਅੰਮ੍ਰਿਤ ਸ਼ਬਦ ਭੋਜਨ ਵਾਸਤੇ ਆਇਆ, ਅੰਮ੍ਰਿਤ ਸ਼ਬਦ ਦੁੱਧ ਵਾਸਤੇ ਵੀ ਗੁਰਬਾਣੀ ਵਿੱਚ ਆਇਆ। ਅੰਮ੍ਰਿਤ ਸਾਡੇ ਅੰਦਰ ਭਰਿਆ ਪਿਆ ਹੈ, ਘਰ ਹੀ ਮੈਂ ਅੰਮ੍ਰਿਤ ਖੁੱਟਾ ਭਰਿਆ। ਵੀ ਬਾਹਰੋਂ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਇਹ ਸਾਡਾ ਸਵਾਲ ਹੈ ਅੱਜ, ਵੀ ਅੰਦਰ ਅੰਮ੍ਰਿਤ ਹੈ ਤੇ ਬਾਹਰੋਂ ਕੀ ਲੋੜ ਹੈ? ਜਿੱਦਾਂ ਤੁਸੀਂ ਦੇਖਿਆ ਨਾ, ਨਲਕਾ ਹੁੰਦਾ ਸੀ ਪੁਰਾਣੇ ਸਮਿਆਂ ਦੇ ਵਿੱਚ, ਪਾਣੀ ਥੱਲੇ ਉਤਰਦੇ, ਕਹਿੰਦੇ ਉੱਪਰੋਂ ਪਾਣੀ ਪਾਓ ਤੇ ਥੱਲੇ ਵਾਲਾ ਵੀ ਆ ਜਾਂਦਾ ਸੀ। ਤੇ ਅੰਨੇ ਤੱਕ ਅੰਦਰਲੇ ਅੰਮ੍ਰਿਤ ਦੀ ਸਮਝ ਨਹੀਂ ਆਏਗੀ ਜਿੰਨੇ ਤੱਕ ਅਸੀਂ ਦਾਖਲਾ ਨਹੀਂ ਲੈਂਦੇ, ਅੰਮ੍ਰਿਤ ਨਹੀਂ ਛਕਦੇ। ਇਹ ਆਖਰੀ ਰਹਿਤ ਨਹੀਂ ਹੈ ਜੇ ਅੰਮ੍ਰਿਤ ਛਕ ਲਓ ਜੀ ਇਹ ਤਾਂ ਹੁਣ ਬ੍ਰਹਮ ਗਿਆਨ ਨਹੀਂ। ਇੱਥੋਂ ਇਹ ਤਾਂ ਐਡਮਿਸ਼ਨ ਹੈ ਸਕੂਲ ਦੇ ਵਿੱਚ, ਉੱਥੋਂ ਬਾਅਦ ਪੜ੍ਹਾਈ ਸ਼ੁਰੂ ਹੁੰਦੀ ਹੈ। ਸਤਿਗੁਰੂ ਕਹਿੰਦੇ ਪ੍ਰਿਥਮ ਰਹਿਤ ਜੇ ਜਾਣ ਖੰਡੇ ਕੀ ਪੌਲ ਸਕੇ। ਪਹਿਲਾਂ ਖੰਡੇ ਦੀ ਪੌਲ ਪ੍ਰਾਪਤ ਕਰ,
ਫਿਰ ਉਸ ਤੋਂ ਬਾਅਦ ਪੜ੍ਹਾਈ ਸ਼ੁਰੂ ਹੋਏਗੀ। ਪਰ ਅਸੀਂ ਕੀ ਕਰਦੇ ਹਾਂ, ਅੰਮ੍ਰਿਤ ਛਕ ਲਿਆ ਵੀ ਮੇਰੇ ਵਰਗਾ ਕੋਈ ਨਹੀਂ ਆ, ਮੈਂ ਇਹਦੇ ਹੱਥ ਦਾ ਨਹੀਂ ਖਾਣਾ, ਇਹ ਤਾਂ ਫਲਾਨਾ ਹੈ, ਇਹ ਤਾਂ ਫਲਾਨਾ, ਪਤਾ ਇੰਨੀ ਨਫ਼ਰਤ ਅਸੀਂ ਇੱਕ ਦਿਨ ਦੇ ਵਿੱਚ ਪੈਦਾ ਕਰ ਲੈਂਦੇ ਆ। ਤੇ ਉਹ ਅੰਦਰ ਜਾਣਾ ਚਾਹੀਦਾ ਸੀ ਅੰਮ੍ਰਿਤ ਨਾਮ ਦੀ ਪ੍ਰਾਪਤੀ ਵਾਸਤੇ। ਜਿਹੜੀਆਂ 5 ਨੇਤਰਾਂ ਦੇ ਵਿੱਚ ਚੂੜੇ ਪਾਏ, 5 ਸੀਸ ਦੇ ਵਿੱਚ ਪਾਏ, 5 ਛਕਾਏ, ਤੇ ਇੰਨਾ ਵੱਡਾ ਜੀਵਨ ਸਤਿਗੁਰ ਨੇ ਦਿੱਤਾ। ਉਸ ਅੰਮ੍ਰਿਤ ਉਹ ਐਡਮਿਸ਼ਨ ਲੈ ਕੇ, ਦਾਖਲਾ ਲੈ ਕੇ ਫਿਰ ਜੀਵਨ ਸਾਡਾ ਜਿਹੜਾ ਹੈ ਉਹ ਸਫਲ ਹੋ ਸਕਦਾ ਹੈ। ਤੇ ਇਹ ਅਸੀਂ ਸਤਿਗੁਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਸਕਦੇ ਹਾਂ। ਇਹ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਹੈ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।